एक हाइपर नैशनलिज्म ਜਿਹਦੀ ਇਮੇਜ ਜਿਹੜੀ ਕ੍ਰੀਏਟ ਕਰਨੀ ਹੁੰਦੀ ਹੈ ਉਹਨਾਂ ਦੀ ਗੇਮ ਆ। ਇਹਦੇ ਵਿੱਚ ਜਿੰਨਾ ਅਸੀਂ ਫਸਾਂਗੇ ਉਹਨਾਂ ਸਾਡਾ ਹੀ ਨੁਕਸਾਨ ਹੋਊਗਾ। ਮੋਦੀ ਦਾ ਜਿਹੜਾ ਹੈ ਉਹ ਹੰਕਾਰ ਆ, ਉਹ ਸਿਰਫ ਪੰਜਾਬ ਜਾਂ ਹਰਿਆਣਾ ਉੱਤੇ ਨਹੀਂ ਬੋਲਦਾ, ਉਹ ਬਾਕੀ ਖੇਤਰਾਂ 'ਚ ਵੀ ਉਸੇ ਤਰੀਕੇ ਨਾਲ ਆ। ਧੜੇਬਾਜ਼ੀ ਨੂੰ ਮਤਲਬ ਨੌਜਵਾਨ ਬਨਾਮ ਇੱਕ ਬਜ਼ੁਰਗ ਜਾਂ ਐਕਸਪੀਰੀਅੰਸ ਲੀਡਰਸ਼ਿਪ ਕੀਤਾ ਗਿਆ ਹੈ, ਉਹ ਗਲਤ ਕੀਤਾ ਗਿਆ ਹੈ। ਉਹਨਾਂ ਨੂੰ ਅਹਿਮ ਨਹੀਂ, ਉਹਨਾਂ ਨੂੰ ਸੰਘਰਸ਼ ਤੇ 3 ਡਿਮਾਂਡਾਂ ਅਹਿਮ ਨੇ ਵੀ ਤਿੰਨੋਂ ਦੇ ਤਿੰਨੋਂ ਖੇਤੀ ਕਾਨੂੰਨ ਨੂੰ ਰੱਦ ਕਰਾ ਕੇ ਹੀ ਅਸੀਂ ਵਾਪਸ ਮੁੜੀਏ। ਜ਼ਰੂਰ ਸੰਘਰਸ਼ ਦੇ ਅੰਦਰ ਵੀ ਲੀਡਰਸ਼ਿਪ ਐਸੀ ਹੈਗੀ ਆ ਵੀ ਜਿਹੜੀ ਸੰਘਰਸ਼ ਨੂੰ ਜਿਹੜਾ ਹੈਗਾ ਲਾਮਬੰਦ ਕਰਕੇ ਕਿਸੇ ਐਕਸ਼ਨ ਵੱਲ ਨੂੰ ਲੈ ਕੇ ਜਾਣਾ ਚਾਹੁੰਦੀ ਆ। ਧੜੇਬਾਜ਼ੀ ਨੂੰ ਮਤਲਬ ਨੌਜਵਾਨ ਬਨਾਮ ਇੱਕ ਬਜ਼ੁਰਗ ਜਾਂ ਐਕਸਪੀਰੀਅੰਸ ਲੀਡਰਸ਼ਿਪ ਕੀਤਾ ਗਿਆ ਹੈ, ਉਹ ਗਲਤ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪ੍ਰਦੇਸ਼ ਟੀਵੀ ਤੇ ਰੈਡ ਐਫਐਮ ਕਰਨ ਨਾਲ ਜੁੜੇ ਸਾਰੇ ਅਜ਼ੀਜ਼ ਸਾਥੀਆਂ ਦਾ ਮੈਂ ਰਾਜਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਕਿਸਾਨੀ ਅੰਦੋਲਨ ਦੇ ਦੌਰਾਨ ਨੌਜਵਾਨਾਂ ਦੀ ਸ਼ਮੂਲੀਅਤ ਬੜੀ ਅਹਿਮ ਰਹੀ ਹੈ। 100 ਦਿਨ ਤੋਂ ਉੱਪਰ ਸੰਘਰਸ਼ ਟੱਪ ਚੁੱਕਿਆ ਹੈ, ਪਰ ਹੁਣ ਵੀ ਭਾਵੇਂ ਕਈ ਜਿਹੜੇ ਮੋੜ ਆਏ ਨੇ, ਕਈ ਅਜਿਹੇ ਮੌਕੇ ਵੀ ਬਣੇ ਨੇ ਜਦ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਪਰ ਨੌਜਵਾਨ ਸਦਾ ਇਸ ਦੇ ਨਾਲ ਖੜੇ ਨੇ ਅਤੇ ਹੁਣ ਵੀ ਦੇਖਣ ਨੂੰ ਮਿਲ ਰਿਹਾ ਕਿ ਸ਼ਮੂਲੀਅਤ, ਭਰਵੀਂ ਸ਼ਮੂਲੀਅਤ ਸੰਯੁਕਤ ਕਿਸਾਨ ਮੋਰਚੇ ਦੇ ਹਰ ਸਦੇ ਤੇ ਦੇਖਣ ਨੂੰ ਮਿਲ ਰਹੀ ਹੈ। ਇਹਨਾਂ ਸਾਰੇ ਮੁੱਦਿਆਂ ਤੇ ਅੱਜ ਇੱਕ ਹੋਰ ਨੌਜਵਾਨ ਜੋ ਹਮੇਸ਼ਾ ਇਸ ਸੰਘਰਸ਼ ਦੇ ਨਾਲ ਸ਼ੁਰੂ ਤੋਂ ਖੜੇ ਹੋਏ ਨੇ ਅਤੇ ਹੁਣ ਤੱਕ ਵੀ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਨੂੰ ਪ੍ਰਿਆ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕੀ ਫਤਿਹ। ਸੰਘਰਸ਼ ਨੂੰ 100 ਦਿਨ ਤੋਂ ਉੱਪਰ ਟੱਪ ਚੁੱਕਿਆ, ਨੌਜਵਾਨਾਂ ਨੂੰ ਕਈ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। 26 ਜਨਵਰੀ ਦੀ ਘਟਨਾ ਕਹਿ ਲਈਏ, ਉਹ ਵੀ ਖਾਸ ਤੌਰ ਤੇ ਨਿਸ਼ਾਨਾ ਇਹੀ ਸੀ ਕਿ ਨੌਜਵਾਨਾਂ ਨੂੰ ਵੱਖ ਕਰ ਦਿੱਤਾ ਜਾਵੇ। ਜਿਸ ਤਰ੍ਹਾਂ ਦੀ ਧੜੇਬਾਜ਼ੀ ਦੇਖਣ ਨੂੰ ਮਿਲ ਰਹੀ ਸੀ, ਕੀ ਲੱਗਦਾ ਹੁਣ ਵੀ ਨੌਜਵਾਨ ਖੜੇ ਨੇ ਨਾਲ? ਇੱਕ ਤੇ ਉਹ ਜਿਹੜੀ ਧੜੇਬਾਜ਼ੀ ਨੂੰ ਮਤਲਬ ਨੌਜਵਾਨ ਬਨਾਮ ਇੱਕ ਬਜ਼ੁਰਗ ਜਾਂ ਐਕਸਪੀਰੀਅੰਸ ਲੀਡਰਸ਼ਿਪ ਕੀਤਾ ਗਿਆ ਹੈ, ਉਹ ਗਲਤ ਕੀਤਾ ਗਿਆ ਹੈ। ਕਿਉਂਕਿ 26 ਜਨਵਰੀ ਦੇ ਇਨਸੀਡੈਂਟ ਵਿੱਚ ਵੀ ਤੇ ਉਸ ਤੋਂ ਪਹਿਲਾਂ ਵੀ ਜਿੰਨਾ ਵੀ ਧਰਨਾ ਚੱਲ ਰਿਹਾ ਸੀ, ਉਹਦੇ ਅੰਦਰੋਂ ਮਤਲਬ ਸਿਰਫ ਨੌਜਵਾਨ ਨਹੀਂ ਗੇ ਜਿਹੜੇ ਲਾਲ ਕਿਲੇ ਤੱਕ ਪਹੁੰਚੇ ਸੀ, ਉਹ 'ਚ ਬਹੁਤ ਬਜ਼ੁਰਗ ਵੀ ਸੀਗੇ। ਤਾਂ ਉਹ ਜਿਹੜਾ ਫਰਕ ਸੀਗਾ ਉਹ ਸੰਘਰਸ਼ ਦੇ ਪੈਂਤੜੇ ਜਾਂ ਫਿਰ ਸੰਘਰਸ਼ ਦੀ ਟ੍ਰੈਜੈਕਟਰੀ ਨੂੰ ਲੈ ਕੇ ਸੀਗਾ ਵੀ ਦਿੱਲੀ ਨੂੰ ਜਾਣਾ ਹੈ, ਕੂਚ ਕਰਨਾ ਹੈ, ਜਾਂ ਫਿਰ ਪੁਲਿਸ ਦੇ ਦਿੱਤੇ ਰਸਤੇ ਦੇ ਉੱਤੇ ਹੀ ਅਸੀਂ ਮਾਰਚ ਕਰਕੇ ਪ੍ਰਦਰਸ਼ਨੀ ਦਾ ਜਿਹੜਾ ਇੱਕ ਜਿਹੜਾ ਹੈਗਾ ਉਹ ਕੱਢਣਾ ਹੈ। ਤਾਂ ਉਹ ਇਹ ਦੋ ਪੈਂਤੜਿਆਂ ਦਾ ਫਰਕ ਸੀਗਾ ਪਹਿਲਾਂ ਤਾਂ, ਨਾ ਕਿ ਨੌਜਵਾਨਾਂ ਦਾ ਤੇ ਕਿਸੇ ਬਜ਼ੁਰਗ ਲੀਡਰਸ਼ਿਪ ਦਾ ਫਰਕ ਸੀਗਾ ਜਿਹੜਾ ਕਿ 26 ਤਰੀਕ ਨੂੰ ਸਾਡੇ ਸਾਹਮਣੇ ਆਇਆ। 26 ਤਰੀਕ ਦੇ ਬਾਅਦ ਵੀ ਉਹ ਜਿਹੜਾ ਡਿਫਰੈਂਸ ਹੈ ਉਸੇ ਤਰੀਕੇ ਨਾਲ ਹੀ ਮੇਨਟੇਨ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਐਫਰਟਸ ਲਗਾਤਾਰ ਨੌਜਵਾਨਾਂ ਵੱਲੋਂ ਲਗਾਏ ਗਏ ਨੇ, ਭਾਵੇਂ ਉਹ ਮਹਿਰਾਜ ਰੈਲੀ ਦੇ ਅੰਦਰ ਵਿੱਚ ਕਿਉਂ ਨਾ ਹੋਣ, ਜਾਂ ਬਾਬਾ ਹਰਦੀਪ ਜੀ ਜਿਸ ਤਰੀਕੇ ਨਾਲ ਲਗਾਤਾਰ ਇੱਕ ਸੰਪਰਕ ਬਣਾ ਕੇ ਤੇ ਇੱਕ ਵਿੱਚ ਸਾਂਝੀ ਗੱਲਬਾਤ ਨੂੰ ਲੈ ਕੇ ਜਾ ਰਹੇ ਨੇ, ਲੀਡਰਸ ਤੱਕ ਲੈ ਕੇ ਜਾ ਰਹੇ ਨੇ, ਨੌਜਵਾਨਾਂ ਨੂੰ ਵਿੱਚੋਂ ਨਾਲ ਜੋੜ ਰਹੇ ਨੇ, ਉਹ ਬਹੁਤ ਹੀ ਮਤਲਬ ਦੇਖਿਆ ਜਾਏ ਤਾਂ ਉਸ ਗੈਪ ਨੂੰ ਵੀ ਫਿਲ ਕਰ ਰਿਹਾ ਤੇ ਸੰਘਰਸ਼ ਨੂੰ ਵੀ ਹੋਰ ਮਜ਼ਬੂਤੀ ਵੱਲ ਨੂੰ ਲੈ ਕੇ ਜਾ ਰਿਹਾ ਹੈ। ਕਿਉਂਕਿ ਅੱਜ ਦਾ ਸੰਘਰਸ਼ ਜਿਹੜਾ ਹੈਗਾ ਆ ਉਹ ਜਿੱਥੋਂ ਤੱਕ ਵੀ ਪਹੁੰਚਿਆ ਉਹ ਲੋਕਾਂ ਦੇ ਸਿਰ ਤੇ ਪਹੁੰਚਿਆ ਹੈ। ਮਤਲਬ ਇਹ ਸੰਘਰਸ਼ ਦੇ ਲੋਕਾਂ ਨੇ ਹੀ ਡਿਸਾਈਡ ਕੀਤਾ ਸੀ ਕਿ ਉਹ ਖਨੌਰੀ ਬਾਰਡਰ ਟੱਪਣਗੇ, ਹੈ ਨਾ। ਇਹ ਸੰਘਰਸ਼ ਦੇ ਲੋਕਾਂ ਨੇ ਹੀ ਡਿਸਾਈਡ ਕੀਤਾ ਸੀ ਕਿ ਉਹ ਸ਼ੰਭੂ ਬਾਰਡਰ ਕ੍ਰਾਸ ਕਰਨਗੇ। ਤੇ ਹੁਣ ਜਦੋਂ ਅੱਗੇ ਦੀ ਵੀ ਰਣਨੀਤੀਆਂ ਹੈਗੀਆਂ ਨੇ, ਅੱਗੇ ਦੀ ਵੀ ਐਸਪੀਰੇਸ਼ਨਸ ਜਿਹੜੀਆਂ ਹੈਗੀਆਂ ਨੇ, ਉਹ ਜਿੰਨੇ ਮਤਲਬ ਸੰਜੀਦਗੀ ਨਾਲ ਅਸੀਂ ਲੋਕਾਂ ਦੀਆਂ ਸਮਝੀਏ, ਓਨਾ ਹੀ ਸਾਨੂੰ ਮੋਰਚੇ ਦੀ ਕਿਸੇ ਜਿੱਤ ਵੱਲ ਨੂੰ ਅਸੀਂ ਰੁਖ ਕਰ ਪਾਵਾਂਗੇ। ਅੱਜ ਦਾ ਹੀ ਅਗਰ ਘਟਨਾ ਦੇਖੀਏ ਤਾਂ ਹਿਸਾਰ ਦਾ ਇੱਕ ਕਿਸਾਨ ਜਿਹੜਾ ਹੈਗਾ ਹੈ ਰਾਜਵੀਰ ਸਿੰਘ, 50 ਸਾਲ ਦਾ, ਇੱਕ 2 ਏਕੜ ਜ਼ਮੀਨ ਵਾਲਾ ਇਹ ਕਿਸਾਨ ਜੀ ਦਾ ਇੱਕ ਬੇਟੀ ਤੇ ਇੱਕ ਬੇਟਾ ਸੀਗੇ। ਇਹ ਸਭ ਹੋਣ ਦੇ ਬਾਵਜੂਦ ਉਸ ਨੂੰ ਅੱਜ ਖੁਦਕੁਸ਼ੀ ਕਰਨੀ ਪਈ। ਖੁਦਕੁਸ਼ੀ ਦੇ ਚਿੱਠੀ ਦੇ ਅੰਦਰ ਉਹ ਵੀ ਇਹ ਲਿਖਦਾ ਹੈ ਵੀ 3 ਬਿੱਲ ਵਾਪਸ ਕਰਾਏ ਤੋਂ ਬਿਨਾਂ ਨਾ ਮੁੜਿਓ ਵਾਪਸ। ਉਹ ਵਿੱਚ ਇਹ ਵੀ ਲਿਖਦਾ ਹੈ ਵੀ ਇਹ ਜਿਹੜੀ ਸਰਕਾਰ ਹੈ ਖੂਨ ਮੰਗਦੀ ਹੈ ਤੇ ਮੈਂ ਆਪਣਾ ਖੂਨ ਤੁਹਾਨੂੰ ਦੇ ਰਿਹਾ। ਮਤਲਬ ਅਸੀਂ ਕਿਤੋਂ ਵੀ ਸੁਸਾਈਡ ਨੂੰ ਐਨਕਰੇਜ ਨਹੀਂ ਕਰ ਰਹੇ। ਇਹ ਠੀਕ ਵੀ ਨਹੀਂ ਹੈ ਕਿ ਸਾਡਾ ਇੱਕ ਬੰਦਾ ਇੰਨੀ ਨਿਰਾਸ਼ਾ 'ਚੋਂ ਮਰੇ, ਪਰ ਇਸ ਪਿੱਛੇ ਸਾਨੂੰ ਇੱਕ ਵੱਡੀ ਜ਼ਿੰਮੇਵਾਰੀ ਵੀ ਸਮਝਣੀ ਹੋਊਗੀ ਕਿ ਮੋਰਚੇ 'ਚ ਲੋਕ ਆਪਣੀਆਂ ਕਿਹੜੀਆਂ ਭਾਵਨਾਵਾਂ ਲੈ ਕੇ ਆਏ ਨੇ ਤੇ ਕਿੰਨੇ ਦ੍ਰਿੜ ਫੈਸਲੇ ਲੈ ਕੇ ਆਏ ਨੇ ਕਿ ਜਿਸ 'ਚ ਆਪਣਾ ਪਰਿਵਾਰ, ਖੁਦ ਦੀ ਹੋਂਦ ਵੀ ਉਹ ਮਤਲਬ ਉਹਨਾਂ ਨੂੰ ਅਹਿਮ ਨਹੀਂ ਹੈ। ਉਹਨਾਂ ਨੂੰ ਸੰਘਰਸ਼ ਤੇ 3 ਡਿਮਾਂਡਾਂ ਅਹਿਮ ਨੇ ਵੀ ਤਿੰਨੋਂ ਦੇ ਤਿੰਨੋਂ ਖੇਤੀ ਕਾਨੂੰਨ ਨੂੰ ਰੱਦ ਕਰਾ ਕੇ ਹੀ ਅਸੀਂ ਵਾਪਸ ਮੁੜੀਏ। ਤਾਂ ਇਹ ਜਿਹੜੀਆਂ ਐਸਪੀਰੇਸ਼ਨਸ ਨੇ ਬਹੁਤ ਹੀ ਸੈਂਸਿਟਿਵ ਨੇ, ਅੱਜ ਸਾਡੇ ਸਾਹਮਣੇ ਖੜੀਆਂ ਨੇ ਜਿਹੜੀਆਂ। ਤੇ ਇਹੋ ਜਿਹੀ ਫਾਸ਼ੀਵਾਦੀ ਸਰਕਾਰ ਦੇ ਅੱਗੇ ਜੇ ਉਹ ਕਿਤੇ ਵੀ ਜਿੱਤੀਆਂ ਜਾ ਸਕਦੀਆਂ ਨੇ ਤਾਂ ਸਿਰਫ ਲੜ ਕੇ ਜਿੱਤੀਆਂ ਜਾ ਸਕਦੀਆਂ ਨੇ। ਜਿਹੜੀ ਤੁਸੀਂ ਵਿੱਥ ਦੀ ਗੱਲ ਕੀਤੀ ਹੈ ਵੀ ਜਿਹੜੀ ਕਿਤੇ ਨਾ ਕਿਤੇ ਵਿੱਥ ਗੈਪ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਅਜਿਹੀਆਂ ਜਿਹੜੀਆਂ ਕਿਸਾਨ ਮਹਾਸਭਾਵਾਂ ਨੇ ਜਿਹੜੀ ਜਿਵੇਂ ਸ਼ਹਿਰ ਦੇ ਲੋਕਾਂ ਦੇ ਲਈ ਖਾਸ ਤੌਰ ਤੇ ਕੀਤੀਆਂ ਜਾ ਰਹੀਆਂ ਤਾਂ ਕਿ ਸ਼ਹਿਰੀ ਨੌਜਵਾਨੀ ਨੂੰ ਵੀ ਜੋੜਿਆ ਜਾ ਸਕੇ, ਇਹਨਾਂ ਦਾ ਮਕਸਦ ਕੀ ਲੱਗਦਾ ਹੈ ਕਿ ਜਿਹੜੀ ਇਸ ਦੇ ਨਾਲ ਕੋਈ ਹੁੰਗਾਰਾ ਮਿਲੇਗਾ ਕਿਸਾਨੀ ਸੰਘਰਸ਼ ਨੂੰ? ਇੱਕ ਚੀਜ਼ ਤਾਂ ਜਿਹੜੀ ਵਧੀਆ ਹੋ ਰਹੀ ਹੈ 26 ਤਰੀਕ ਤੋਂ ਬਾਅਦ ਉਹ ਇਹ ਕਿ ਸਾਡਾ ਮੋਰਚਾ ਜਿਹੜਾ ਹੈਗਾ
ਬਾਕੀ ਸਟੇਟਸ ਦੇ ਅੰਦਰੋਂ ਵੀ ਇੱਕ ਆਵਾਜ਼ ਬੁਲੰਦ ਕਰ ਰਿਹਾ ਹੈ, ਆਪਣੇ ਸੁਨੇਹੇ ਨੂੰ ਲੈ ਕੇ ਜਾ ਰਿਹਾ ਹੈ। ਇਸ ਦੀ ਇੱਕ ਬਹੁਤ ਹੀ ਵਧੀਆ ਗੱਲ ਦੇਖਣ ਨੂੰ ਮਿਲਦੀ ਹੈ ਸਾਨੂੰ ਕਿ ਜਦੋਂ ਬੰਗਾਲ ਦੇ ਅੰਦਰ, ਮਹਾਰਾਸ਼ਟਰ ਦੇ ਅੰਦਰ, ਉੱਤਰ ਪ੍ਰਦੇਸ਼ ਦੇ ਅੰਦਰ ਵੀ ਸਾਡੇ ਸੰਘਰਸ਼ ਨੂੰ ਜਿਹੜੀ ਹੈਗੀ ਆ ਉਹ ਮਤਲਬ ਇੱਕ ਸਪੇਸ ਮਿਲਦੀ ਹੈ, ਉਸ ਦੀ ਆਵਾਜ਼ ਸੁਣੀ ਜਾਂਦੀ ਹੈ, ਉੱਥੋਂ ਦੇ ਵੀ ਕਿਸਾਨਾਂ ਤੱਕ ਲੈ ਜਾਈ ਜਾਂਦੀ ਹੈ। ਪੰਜਾਬ ਦੇ ਅੰਦਰ, ਹਰਿਆਣੇ ਦੇ ਅੰਦਰ ਉਹ ਮਹਾਪੰਚਾਇਤਾਂ ਵੀ ਇੱਕ ਫਿਰ ਤੋਂ ਜਿਹਨੂੰ ਕਹਿੰਦੇ ਨੇ ਵੀ ਜਿਹੜੇ ਲੋਕ ਥੱਕ ਕਰਕੇ ਬੈਠ ਗਏ ਸੀ ਉਹਨਾਂ ਨੂੰ ਜਗਾਉਣ ਦੀ, ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇੱਕ ਗੱਲ ਤਾਂ ਬਹੁਤ ਹੀ ਜ਼ਾਹਿਰ ਜੀ ਹੈ ਵੀ ਜਿਹੜਾ ਤਾਂ ਇੱਕ ਕੂੜ ਪ੍ਰਚਾਰ 26 ਤਰੀਕ ਤੋਂ ਬਾਅਦ ਕੀਤਾ ਗਿਆ, ਉਹਦੇ ਲਈ ਇੱਕ ਹੱਥ ਅੱਗੇ ਵਧਾਉਣਾ ਪੈਣਾ ਆ, ਹੈ ਨਾ। ਸਾਡੀ ਲੀਡਰਸ਼ਿਪ ਨੂੰ ਲੋਕਾਂ ਦੇ ਅੱਗੇ ਉਹ ਹੱਥ ਵਧਾਉਣਾ ਪੈਣਾ ਆ ਵੀ ਉਹ ਫਿਰ ਤੋਂ ਮੁੜ ਉਸ ਹੌਸਲੇ ਨਾਲ, ਉਸ ਟਰਸਟ ਦੇ ਨਾਲ ਮੋਰਚੇ ਤੇ ਪਹੁੰਚਣ ਕਿ ਅਸੀਂ ਕਿਸ ਲੀਡਰਸ਼ਿਪ ਦੇ ਨਾਲ ਆਏ ਹਾਂ, ਕਿਉਂਕਿ ਟਰਸਟ ਬਹੁਤ ਜ਼ਰੂਰੀ ਹੈ। ਜਿਸ ਸਮੇਂ ਵਿੱਚ UAPA ਤੇ ਤਰ੍ਹਾਂ ਤਰ੍ਹਾਂ ਦੀਆਂ ਧਾਰਾਵਾਂ ਲੱਗ ਰਹੀਆਂ ਹੁਣ, ਤਾਂ ਉਦੋਂ ਲੋਕਾਂ ਦਾ ਆਪਸ ਵਿੱਚ ਏਕਾ ਤੇ ਭਰੋਸਾ ਹੀ ਹੈ ਜਿਹੜਾ ਉਹਨਾਂ ਨੂੰ ਉੱਥੇ ਡਟ ਕੇ ਰੱਖਣ ਨੂੰ ਮਜ਼ਬੂਤੀ ਦਿੰਦਾ ਆ। ਤਾਂ ਇਹ ਮਹਾਪੰਚਾਇਤਾਂ ਦਾ ਵੀ ਇੱਕ ਸਮੇਂ ਤੱਕ ਰੋਲ ਹੈ, ਪਰ ਮੈਨੂੰ ਇਹ ਵੀ ਨਾਲ ਦੇ ਨਾਲ ਲੱਗਦਾ ਹੈ ਕਿ ਇਸ ਦੇ ਬਾਅਦ ਸਾਨੂੰ ਆਪਣੇ ਸੰਘਰਸ਼ ਨੂੰ ਬਾਰਡਰ ਦੇ ਉੱਤੇ ਕਿੰਨਾ ਮਜ਼ਬੂਤੀ ਦੇਣੀ ਹੈ ਉੱਤੇ ਵੀ ਫੋਕਸ ਕਰਨਾ ਪਊਗਾ, ਕਿਉਂਕਿ ਅਸਲੀ ਪ੍ਰੈਸ਼ਰ ਤਾਂ ਆਪਾਂ ਨੂੰ ਉੱਥੇ ਹੀ ਪੁੱਟ ਕਰਨਾ ਹੈ ਤੇ ਉੱਥੇ ਹੀ ਲਗਾਉਣਾ ਆ। ਜਿੰਨਾ ਅਸੀਂ ਖੱਟ ਸਕਦੇ ਸੀਗੇ ਉੱਥੇ ਬੈਠੇ ਹਾਂ, ਮੈਨੂੰ ਲੱਗਦਾ ਅਸੀਂ ਖੱਟ ਚੁੱਕੇ ਹਾਂ। ਹੁਣ ਜਿਹੜੀ ਲੋਕਾਂ ਦੀ ਲਗਾਤਾਰ ਕਾਲ ਹੈ ਦਿੱਲੀ ਨੂੰ ਜਾਣ ਦੀ, ਦਿੱਲੀ ਨੂੰ ਘੇਰਨ ਦੀ, ਉਸ ਵੱਲ ਨੂੰ ਫੋਕਸ ਕਰਦੇ ਹਾਂ। ਆਪਣੇ ਲੋਕਾਂ ਨੂੰ ਲਾਮਬੱਧ ਕਰਨਾ ਹੋਊਗਾ ਇੱਥੋਂ, ਤਾਂ ਜੋ ਬਾਰਡਰ ਤੇ ਪਹੁੰਚ ਸਕਣ ਉਨੀ ਸੰਖਿਆ ਦੇ ਅੰਦਰ। ਜਿਵੇਂ ਤੁਸੀਂ ਕਿਹਾ ਕਿ ਕਿਸਾਨ ਮਹਾਪੰਚਾਇਤਾਂ ਦਾ ਵੱਖਰਾ ਰੋਲ ਆ, ਪੰਜਾਬ ਤੇ ਹਰਿਆਣੇ ਤੋਂ ਹਟਾ ਕੇ ਹੁਣ ਹੋਰਨਾਂ ਰਾਜਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਤਾਂ ਕਿ ਉਹਨਾਂ ਲੋਕਾਂ ਨੂੰ ਜੋੜਿਆ ਜਾ ਸਕੇ। ਜਿਵੇਂ ਤੁਸੀਂ ਕਿਹਾ ਵੀ ਹੁਣ ਇੱਕ ਹੋਰ ਕਾਲ ਮੰਗਦੇ ਲੋਕ, ਇੱਕ ਹੋਰ ਤਿੱਖੇ ਸੰਘਰਸ਼ ਦੀ ਚਾਹਤ ਰੱਖਦੇ ਨੇ ਕਿ ਕਿਉਂਕਿ ਦਿੱਲੀ ਮੋਰਚੇ ਨੂੰ ਹੁਣ 100 ਦਿਨ ਤੋਂ ਉੱਪਰ ਟੱਪ ਚੁੱਕਿਆ। ਕੀ ਲੱਗਦਾ ਹੈ ਕਿਸਾਨ ਜਥੇਬੰਦੀਆਂ ਦੇ ਇਸ ਸੰਬੰਧੀ ਕਈ ਪ੍ਰੋਗਰਾਮ ਦਿੱਤੇ ਗਏ ਨੇ, ਪਰ ਉਹਦੇ ਵਿੱਚ ਕੋਈ ਅਜਿਹਾ ਸਪਸ਼ਟ ਤੌਰ ਤੇ ਕੋਈ ਅਜਿਹਾ ਪ੍ਰਤੀਕਰਮ ਨਹੀਂ ਹੈ, ਕੋਈ ਜਿਹਾ ਖਾਸ ਪ੍ਰੋਗਰਾਮ ਨਹੀਂ ਦਿੱਤਾ ਗਿਆ। ਹੁਣ ਤੱਕ ਇੱਕ ਤਾਂ ਬਹੁਤ ਵੱਡਾ ਲੰਬਾ ਪੈਸਿਵ ਗੈਪ ਸੀਗਾ ਜਿਹੜਾ ਕਿ KMP ਤੋਂ ਜਾਮ ਕਰਨ ਤੋਂ ਪਹਿਲਾਂ ਦਾ ਸੀਗਾ, ਬਟ KMP ਦੇ ਜਾਮ ਨੇ ਮਤਲਬ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਉਠਾ ਦਿੱਤਾ ਆ, ਹੈ ਨਾ। ਇੱਕ ਵਾਰ ਫਿਰ ਉਹ એનર્ਜੀ ਦੇ ਦਿੱਤੀ ਆ ਵੀ ਅਸੀਂ ਇਕੱਠੇ ਹੋ ਕੇ ਰਲ ਮਿਲ ਕੇ ਬਾਰਡਰਾਂ ਤੇ ਪਹੁੰਚੀਏ। ਪਰ ਹਜੇ ਵੀ ਜਿਹੜਾ ਹੈਗਾ ਆ ਕਿ ਲੋਕ ਮੰਗਦੇ ਨੇ ਵੀ ਕੋਈ ਤਰੀਕੇ ਨਾਲ ਕੋਈ ਐਕਸ਼ਨ ਦਿੱਤਾ ਜਾਵੇ, ਕਿਉਂਕਿ ਇਹ ਕੋਈ NGOized ਰੋਲ ਨਹੀਂ ਹੈਗਾ ਸਾਡੇ ਸੰਘਰਸ਼ ਦਾ ਵੀ ਅਸੀਂ ਕਿੰਨਾ ਲੰਗਰ ਖਵਾ ਰਹੇ ਹਾਂ ਜਾਂ ਕਿੰਨੀ ਸੇਵਾ ਹੋ ਰਹੀ ਹੈ ਉੱਥੇ। ਅਸੀਂ ਕਿਸੇ NGO ਬਤੌਰ ਨਹੀਂ ਗਏ। ਇਹ ਸਟੇਟਮੈਂਟਸ ਵੀ ਝੜੂੜੀ ਸਾਹਿਬ ਵੱਲੋਂ ਜਾਂ ਹੋਰ ਲੀਡਰਾਂ ਵੱਲੋਂ ਵੀ ਦਿੱਤੀਆਂ ਗਈਆਂ ਨੇ, ਮੀਟਿੰਗਸ ਦੇ ਅੰਦਰ ਵੀ, ਬਾਹਰ ਵੀ, ਇੰਟਰਵਿਊਜ਼ ਦੇ ਅੰਦਰੋਂ। ਤਾਂ ਜ਼ਰੂਰ ਸੰਘਰਸ਼ ਦੇ ਅੰਦਰ ਵੀ ਲੀਡਰਸ਼ਿਪ ਐਸੀ ਹੈਗੀ ਆ ਵੀ ਜਿਹੜੀ ਸੰਘਰਸ਼ ਨੂੰ ਜਿਹੜਾ ਹੈਗਾ ਲਾਮਬੰਦ ਕਰਕੇ ਕਿਸੇ ਐਕਸ਼ਨ ਵੱਲ ਨੂੰ ਲੈ ਕੇ ਜਾਣਾ ਚਾਹੁੰਦੀ ਆ। ਤੇ ਮੈਨੂੰ ਲੱਗਦਾ ਕਿ ਲੋਕਾਂ ਦੀਆਂ ਵੀ ਐਸਪੀਰੇਸ਼ਨਸ ਉਹੀ ਨੇ, ਤੇ ਜਿੰਨਾ ਲੋਕਾਂ ਦੇ ਐਸਪੀਰੇਸ਼ਨ ਦੇ ਮੁਤਾਬਿਕ ਧਰਨੇ ਨੂੰ ਲੈ ਕੇ ਜਾਇਆ ਜਾਂਦਾ ਹੋਵੇ ਅੱਗੇ ਨੂੰ, ਓਨਾ ਹੀ ਬਿਹਤਰ ਹੋਊਗਾ। ਨਹੀਂ ਤੇ ਲੋਕੀ ਨਿਰਾਸ਼ਾ 'ਚ ਬਹੁਤ ਚਲੇ ਜਾਣਗੇ। ਉਹ ਫਿਜ਼ਲ ਆਊਟ ਹੁੰਦੀ ਮੂਵਮੈਂਟ ਬਹੁਤ ਹੀ ਘਾਤਕ ਹੁੰਦੀ ਹੈ, ਸਭ ਤੋਂ ਡਰਾਉਣੀ ਹੁੰਦੀ ਹੈ। ਮਤਲਬ ਲੜ ਕੇ ਹਾਰਨਾ ਫਿਰ ਵੀ ਇੱਕ ਜਿੱਤ ਕਹਿਲਾਉਂਦਾ ਹੈ, ਪਰ ਬੈਠੇ ਰਹਿਣਾ ਤੇ ਭੁੱਲ ਜਾਣਾ, ਸੰਘਰਸ਼ ਦਾ ਇਸ ਤਰੀਕੇ ਨਾਲ ਗਾਇਬ ਹੋ ਜਾਣਾ, ਉਹ ਬਹੁਤ ਹੀ ਡਰਾਵਨਾ ਹੈ। ਤੇ ਉਸ ਦੀ ਘਬਰਾਹਟ ਜਿਹੜੀ ਹੈ ਉਹ ਬਾਰਡਰ ਤੇ ਬੈਠੇ ਲੋਕਾਂ ਤੇ ਵੀ ਦਿਖਦੀ ਹੈ ਵੀ ਉਹ ਇਹ ਨਹੀਂ ਚਾਹੁੰਦੇ ਵੀ ਸੰਘਰਸ਼ ਇਸੇ ਤਰੀਕੇ ਨਾਲ ਭੁੱਲਦਾ ਜਾਵੇ ਤੇ ਪੰਜਾਬ 'ਚ ਲੋਕ ਆਪਣੀ ਜ਼ਿੰਦਗੀ, ਹਰਿਆਣੇ 'ਚ ਲੋਕ ਆਪਣੀ ਜ਼ਿੰਦਗੀ ਵੱਲ ਨੂੰ ਵੱਧ ਜਾਣ, ਕਿਉਂਕਿ ਸਿਰ ਬਹੁਤ ਮੁਸ਼ਕਿਲ ਨਾਲ ਇਕੱਠੇ ਹੋਏ ਨੇ ਸਾਡੇ ਇੱਕ ਕਲੈਕਟਿਵ ਕਾਜ਼ ਨੂੰ ਲੈ ਕੇ, ਆਪਣੇ ਪਰਸਨਲ ਪ੍ਰੋਬਲਮਸ ਨੂੰ ਛੱਡਦਿਆਂ ਹੋਇਆਂ, ਆਪਣੇ ਪਰਿਵਾਰਕ ਤੇ ਆਪਣੀਆਂ ਖੁਦ ਦੀਆਂ ਪ੍ਰੋਬਲਮਸ ਨੂੰ ਛੱਡਦਿਆਂ ਹੋਇਆਂ ਇੱਕ ਕਮਿਊਨਿਟੀ ਵਾਸਤੇ ਉੱਥੇ ਇਕੱਠੇ ਹੋਏ ਆ। ਤੇ ਇਸ ਨੂੰ ਅੱਗੇ ਵੀ ਵਧਾਉਣ ਦੀ ਬਹੁਤ ਹੀ ਵੱਡੀ ਜ਼ਿੰਮੇਵਾਰੀ ਵੀ ਹੈ ਮੈਨੂੰ ਲੱਗਦਾ ਅੱਜ ਸੰਯੁਕਤ ਕਿਸਾਨ ਮੋਰਚੇ ਤੇ। ਜਿਵੇਂ ਤੁਸੀਂ ਪੱਛਮੀ ਬੰਗਾਲ ਦੀ ਗੱਲ ਕੀਤੀ, ਉੱਥੋਂ ਦੇ ਲੋਕਾਂ ਨੂੰ ਵੀ ਜਦੋਂ ਰੈਲੀ ਕੀਤੀ ਗਈ 4 ਮਾਰਚ ਨੂੰ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ 26 ਜਨਵਰੀ ਦੀ ਘਟਨਾ ਅਸਲ ਦੇ ਵਿੱਚ ਹੈ ਕੀ, ਉਹਨਾਂ ਦੇ ਕਈ ਸ਼ੰਕੇ ਦੂਰ ਹੋਏ। ਹੁਣ ਨਾ 5 ਰਾਜਾਂ ਜਿੱਥੇ ਚੋਣਾਂ ਹੋਣੀਆਂ ਨੇ ਉੱਥੇ ਹੁਣ ਜਾ ਕੇ ਕਿਸਾਨ ਆਗੂਆਂ ਦੁਆਰਾ ਇਹ ਕਾਲ ਦਿੱਤੀ ਗਈ ਕਿ ਉੱਥੇ ਜਾ ਕੇ ਪ੍ਰਚਾਰ ਕੀਤਾ ਜਾਵੇ ਕਿ ਭਾਜਪਾ ਨੂੰ ਵੋਟ ਨਾ ਪਾਈ ਜਾਵੇ। ਇਹ ਜਿਹੜਾ ਦੇਸ਼ ਪੱਧਰ ਤੇ ਫੈਲਾਅ ਵਧਾਇਆ ਜਾ ਰਿਹਾ, ਕੀ ਲੱਗਦਾ ਇਹਦੇ ਨਾਲ ਸੰਘਰਸ਼ ਨੂੰ ਜਿਹੜਾ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਲੋਕ ਹੋਰ ਜੁੜਨਗੇ ਸਿਰਫ ਪੰਜਾਬ ਤੇ ਹਰਿਆਣੇ ਦੇ ਨਾ ਹੋ ਕੇ ਜਿਹੜੇ ਹੋਰ ਨਾ ਸਟੇਟਸ ਦੇ ਭਾਵੇਂ ਉੱਥੇ ਬੈਠ ਕੇ ਕਰ ਰਹੇ ਆ ਸ਼ਮੂਲੀਅਤ, ਪਰ ਉਹ ਦਿੱਲੀ ਮੋਰਚਿਆਂ ਤੇ ਉਹਨਾਂ ਦੀ ਇੰਨੀ ਜ਼ਿਆਦਾ ਸ਼ਮੂਲੀਅਤ ਦੇਖਣ ਨੂੰ ਨਹੀਂ ਮਿਲਦੀ। ਕੀ ਲੱਗਦਾ? ਇੱਕ ਤਾਂ 26 ਦੇ ਇਨਸੀਡੈਂਟ ਦੀਆਂ ਵੀ ਬਹੁਤ ਕਨਫਿਊਜ਼ਨ ਸੀਗੀਆਂ ਜਿਹੜੀਆਂ ਕੁਝ ਤਾਂ ਸਰਕਾਰ ਨੇ ਕ੍ਰੀਏਟ ਕਰਨੀਆਂ ਸੀਗੀਆਂ, ਕੁਝ ਆਪਾਂ ਵੀ ਕੀਤੀਆਂ ਆਪਣੇ ਸੰਘਰਸ਼ ਦੇ ਅੰਦਰੋਂ, ਹੈ ਨਾ। ਤਾਂ ਉਹਨਾਂ ਨੂੰ ਵੀ ਅੱਜ ਜਦੋਂ ਤੱਕ ਆਪਾਂ ਮੈਂਡ ਨਹੀਂ ਕਰਦੇ, ਜਦੋਂ ਤੱਕ ਆਪਾਂ ਠੀਕ ਨਹੀਂ ਕਰਦੇ, ਉਦੋਂ ਤੱਕ ਇੱਕ ਅੰਡਰਸਟੈਂਡਿੰਗ ਤੇ ਭਰੋਸਾ ਲੋਕਾਂ ਦਾ ਵਾਪਸ ਤੋਂ ਜਿੱਤਣਾ ਔਖਾ ਹੋ ਜਾਂਦਾ ਹੈ। ਪਰ ਦੇਖਿਆ ਜਾਵੇ ਤਾਂ ਹਰਿਆਣੇ ਦੇ ਲੋਕ ਹੋਣ ਜਾਂ UP ਦੇ ਲੋਕ ਹੋਣ, ਗਾਜੀਪੁਰ ਬਾਰਡਰ ਤੇ ਪੰਜਾਬ ਦੇ ਲੋਕ ਹੋਣ, ਉਹ ਮੋਟਾ ਸਭ ਸਹਿਮਤ ਨੇ ਆਪਣੇ ਲੋਕਾਂ ਦੇ ਸੰਘਰਸ਼ ਤੋਂ। ਉਹ 26 ਤਰੀਕ ਤੋਂ ਵੀ ਸਹਿਮਤ ਨੇ ਕਿ ਜਿਸ ਤਰੀਕੇ ਨਾਲ ਲੋਕ ਦਿੱਲੀ ਦੇ ਅੰਦਰ ਬਰੂਹਾਂ ਦੇ ਵੜੇ ਨੇ ਜਾਂ ਜਿਸ ਤਰੀਕੇ ਨਾਲ ਲਾਲ ਕਿਲੇ ਤੇ ਵੀ ਗਏ ਨੇ, ਉਹ ਵੀ ਕਿੱਦਾਂ ਇੱਕ ਉਹਨਾਂ ਦੀ ਖੁਦ ਹੀ ਇੱਕ ਪੋਲੀਟੀਕਲ ਸਿਨੈਰੀਓ 'ਚ ਗੁੱਸੇ ਦਾ ਪ੍ਰਗਟਾਵਾ ਸੀ ਜਿਹੜਾ ਉਹਨਾਂ ਨੇ ਕੀਤਾ ਉਹਦੇ 'ਚੋਂ। ਬਾਕੀ ਜਿਹੜੀ ਝੰਡੇ ਦੀ ਡਿਬੇਟ ਹੈ ਉਹ ਤਾਂ ਡਿਬੇਟ ਹੀ ਸੰਘ ਦੀ ਡਿਬੇਟ ਹੈ, ਮਤਲਬ ਸੰਘ ਦੀ ਡਿਬੇਟ 'ਚ ਅਸੀਂ ਵੜਾਂਗੇ ਤਾਂ ਅਸੀਂ ਜਿੱਤ ਸਕਦੇ ਨਹੀਂ, ਉਹਨਾਂ ਦੀ ਉਹੀ ਜਿੱਤ ਆ। ਝੰਡੇ ਦੀ ਗੱਲ ਕਰਾਂਗੇ ਤਾਂ ਉਹ RSS ਦੀ ਗੇਮ ਆ। ਮਤਲਬ ਇਹ ਜਿਹੜੇ ਕੁਝ ਇੱਕ ਹਾਈਪਰ
ਨੈਸ਼ਨਲਿਜ਼ਮ ਜਿਹਦੀ ਇਮੇਜ ਜਿਹੜੀ ਕ੍ਰੀਏਟ ਕਰਨੀ ਹੁੰਦੀ ਉਹ ਉਹਨਾਂ ਦੀ ਗੇਮ ਆ। ਇਹਦੇ ਵਿੱਚ ਜਿੰਨਾ ਅਸੀਂ ਫਸਾਂਗੇ ਉਹਨਾਂ ਸਾਡਾ ਹੀ ਨੁਕਸਾਨ ਹੋਊਗਾ ਤੇ ਉਹ ਮੈਨੂੰ ਲੱਗਦਾ ਸਾਡੇ ਮੋਰਚੇ ਦੇ ਅੰਦਰੋਂ ਵੀ ਉਹ ਨੁਕਸਾਨ ਅਸੀਂ ਥੋੜਾ ਬਹੁਤਾ ਝੇਲਿਆ ਆ। ਹੁਣ ਜਿੰਨਾ ਵੀ ਬਾਕੀ ਸੂਬਿਆਂ ਦੇ ਅੰਦਰ ਜਾ ਕੇ ਰੈਲੀ ਜਾ ਰਹੀ ਹੈ ਉਹਦੇ ਚੋਂ ਇੱਕ ਬਾਕੀ ਸੂਬਿਆਂ ਦੇ ਮਿਹਨਤਕਸ਼ ਲੋਕਾਂ ਦਾ ਵੀ ਭਰੋਸਾ ਸਾਡੀ ਮੂਵਮੈਂਟ ਦੇ ਅੰਦਰੋਂ ਪੈ ਰਿਹਾ ਆ, ਉਹ ਵੀ ਜੁੜ ਰਹੇ ਨੇ ਨਾਲ। ਤੇ ਇੱਕ ਇਹ ਵੀ ਵੱਡੀ ਗੱਲ ਹੈ ਕਿ ਅੱਜ ਮੋਦੀ ਦਾ ਜਿਹੜਾ ਹੈ ਉਹ ਹੰਕਾਰ ਆ ਉਹ ਸਿਰਫ ਪੰਜਾਬ ਜਾਂ ਹਰਿਆਣਾ ਉੱਤੇ ਨਹੀਂ ਬੋਲਦਾ, ਉਹ ਬਾਕੀ ਖੇਤਰਾਂ 'ਚ ਵੀ ਉਸੇ ਤਰੀਕੇ ਨਾਲ ਆ। ਤਾਂ ਜਿੰਨਾ ਸਾਡੀ ਮੂਵਮੈਂਟ ਉਧਰੋਂ ਵੀ ਆਪਣਾ ਸਾਥ ਬਣਾਊਗੀ ਜੋੜੂਗੀ ਓਨਾ ਹੀ ਆਪਣੀ ਮੂਵਮੈਂਟ ਨੂੰ ਸਟਰੈਂਥ ਦੇ ਪਾਵਾਂਗੇ ਆਪਾਂ, ਜਾਂ ਇੱਕ ਸੰਘਰਸ਼ ਨੂੰ ਕਿਸੇ ਜਿੱਤ ਵੱਲ ਨੂੰ ਲੈ ਕੇ ਜਾ ਪਾਵਾਂਗੇ। ਸਿਆਸੀ ਤੌਰ ਤੇ ਭਾਜਪਾ ਦੀ ਜਿਹੜੀ ਸਥਿਤੀ ਹੈ ਕੀ ਦੇਖਦੇ ਹੋ ਕਿਸਾਨੀ ਸੰਘਰਸ਼ ਨਾਲ ਕਿਸ ਪਾਸੇ ਨੂੰ ਉਹਦਾ ਪ੍ਰਭਾਵ ਜਾਵੇਗਾ? ਦੇਖੋ ਇੱਕ ਤਾਂ ਬੜੀ ਵੱਡੀ ਸੱਟ ਲੱਗੀ ਤਾਂ ਉਹਨਾਂ ਨੂੰ ਹੈ ਹੀ ਆ ਇਸ ਸੰਘਰਸ਼ ਦੇ ਉੱਤੋਂ, ਕਿਉਂਕਿ ਇਹ ਬਹੁਤ ਹੀ ਆਰਾਮ ਨਾਲ NRC CAA ਦੇ ਵਿੱਚ ਕਹਿੰਦੇ ਰਹੇ ਕਿ ਨਾਟ ਐਨ ਇੰਚ ਬੈਕ, ਅਸੀਂ ਤਾਂ 1 ਇੰਚ ਵੀ ਨਹੀਂ ਪਿੱਛੇ ਮੁੜਾਂਗੇ। ਇਸ ਸੰਘਰਸ਼ ਨੇ ਇਹਨਾਂ ਦੇ ਗੋਡੇ ਤਾਂ ਟੇਕੇ ਹੀ ਨੇ, ਹੈ ਨਾ। ਹੁਣ ਇਹਨਾਂ ਦਾ ਮੂੰਹ ਭੰਨਣ ਦਾ ਟਾਈਮ ਆਇਆ ਹੈ, ਕਿਉਂਕਿ ਇਹਨਾਂ ਦੇ ਜਿਹੜੇ ਗੋਡੇ ਟਿਕ ਗਏ ਉਹ ਤਾਂ ਸੀਗੇ ਕਿ ਗਲਤੀਆਂ ਆਪਣੀਆਂ ਆਪ ਲਾਲ ਪੈਨ ਨਾਲ ਫਿਰ ਕੱਢਦੇ ਰਹੇ ਤੇ ਇਹਨਾਂ ਨੂੰ ਪਤਾ ਚੱਲਦਾ ਰਿਹਾ ਕਿ ਅਸੀਂ ਕਿੱਦਾਂ ਇਹ ਜਿਹੜੀਆਂ ਗਲਤ ਮਤਲਬ ਨੀਤੀਆਂ ਹੈਗੀਆਂ ਨੇ ਉਹ ਭੇਜੀਆਂ ਨੇ ਲੋਕਾਂ 'ਚ। ਪਰ ਅੱਜ ਵੀ ਬਿੱਲ ਰੱਦ ਕਰਾਉਣ ਵਿੱਚ ਜਿਹੜਾ ਨਹੀਂ ਮੰਨ ਰਹੇ ਉਹਦੇ ਪਿੱਛੇ ਮਨਸ਼ਾ ਇਹੀ ਹੈ ਕਿ ਇਹਨਾਂ ਦੀ ਪੋਲੀਟੀਕਲ ਡੈਥ ਹੋ ਜਾਣੀ ਆ। ਇਹਨਾਂ ਦੀ ਜਿਹੜੀ ਇੱਕ ਰਾਜਨੀਤਿਕ ਬਤੌਰ ਜਿਹੜੀ ਇਹਨਾਂ ਨੇ ਇੱਕ ਆਪਣੀ ਇੱਕ ਜਿਹੜੀ ਸਥਾਪਤੀ ਕੀਤੀ ਹੋਈ ਹੈ ਹਿੰਦੁਸਤਾਨ ਦੇ ਅੰਦਰ ਤੇ ਇੱਥੋਂ ਦੇ ਅੰਧ ਭਗਤਾਂ ਦੇ ਅੰਦਰ, ਉਹ ਟੁੱਟ ਜਾਣੀ ਆ। ਤੇ ਉਹਨੂੰ ਤੋੜਨ ਵਾਲੇ ਲੋਕ ਕੌਣ ਹੋਣੇ ਨੇ? ਉਹਨਾਂ ਨੂੰ ਤੋੜਨ ਵਾਲੇ ਲੋਕ ਸਾਡੇ ਨੌਜਵਾਨ ਹੋਣੇ ਨੇ, ਸਾਡੇ ਬਜ਼ੁਰਗ ਹੋਣੇ ਨੇ, ਉਹ ਚਿਹਰੇ ਹੋਣੇ ਨੇ ਜਿਹੜੇ ਲੋਕਾਂ ਨੇ ਮਤਲਬ ਕਦੀ ਨਾ ਦੇਖੇ ਤੇ ਨਾ ਕਦੀ ਸੁਣੇ ਹੋਣੇ ਆ, ਹੈ ਨਾ। ਆਮ ਲੋਕ ਜਦੋਂ ਇੱਕ ਪੋਲੀਟੀਕਲ ਪਾਰਟੀ ਨੂੰ ਪੋਲੀਟੀਕਲ ਇੱਕ ਨੈਰੇਟਿਵ ਨੂੰ ਪ੍ਰੋਪੇਗੈਂਡਾ ਨੂੰ ਚੈਲੰਜ ਕਰਨ ਲੱਗ ਜਾਣ ਤਾਂ ਉਹਨਾਂ ਨੂੰ ਬਹੁਤ ਹੀ ਡਰ ਹੁੰਦਾ, ਘਬਰਾਹਟ ਹੁੰਦੀ ਹੈ। ਤਾਂ ਉਹ ਘਬਰਾਹਟ ਦਿਖਦੀ ਵੀ ਹੈ ਜਿਸ ਤਰੀਕੇ ਨਾਲ ਉਹ ਬਿੱਲਾਂ ਨੂੰ ਵਾਪਸ ਕਰਨ ਨੂੰ ਤਿਆਰ ਹੀ ਨਹੀਂ ਹੋ ਰਹੇ ਤੇ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਤਰ੍ਹਾਂ ਦੇ ਜਿਹੜੇ ਸਮਝੌਤੇ ਹੈਗੇ ਨੇ ਉਹ ਹਵਾ ਦੇ ਜ਼ਰੀਏ ਭੇਜਦੇ ਨੇ ਵੀ 3 ਸਾਲ ਟਪਾ ਦਈਏ, 2 ਬਿੱਲ ਰੱਦ ਕਰ ਦਈਏ, 1 ਨੂੰ ਬਾਅਦ 'ਚ ਕਰ ਦਈਏ। ਤਾਂ ਇਸ ਤਰੀਕੇ ਦੇ ਜਿਹੜੇ ਸਮਝੌਤੇ ਵੀ ਨੇ ਇਸੇ ਵਜ੍ਹਾ ਤੋਂ ਕੀਤੇ ਜਾ ਰਹੇ ਨੇ ਕਿ ਉਹਨਾਂ ਦੀ ਫੇਸ ਸੇਵਿੰਗ ਹੋ ਸਕੇ, ਉਹਨਾਂ ਦਾ ਮੂੰਹ ਬਚ ਜਾਏ। ਤਾਂ ਮੈਂ ਜਿੱਦਾਂ ਪਹਿਲਾਂ ਕਹਿ ਰਹੀ ਸੀ ਗੋਡੇ ਆਪਾਂ BJP ਦੇ ਟਿਕਾਤੇ ਨੇ ਹਿੰਦੁਸਤਾਨ ਦੇ ਅੰਦਰ, ਉਹਨਾਂ ਦਾ ਮੂੰਹ ਭੰਨਣ ਦਾ ਟਾਈਮ ਆਇਆ ਹੈ। ਤੇ ਜਦੋਂ ਤੱਕ ਆਪਾਂ ਉਹਦਾ ਮੂੰਹ ਨਹੀਂ ਭੰਨਾਂਗੇ BJP ਦਾ, RSS ਦਾ ਇਸ ਹਿੰਦੁਸਤਾਨ ਦੇ ਅੰਦਰ, ਉਦੋਂ ਤੱਕ ਆਪਾਂ ਉਹਨਾਂ ਦੀਆਂ ਨੀਤੀਆਂ ਨੂੰ ਕਿਤੇ ਵੀ ਹੋਰ ਚੈਲੰਜ ਨਹੀਂ ਕਰ ਪਾਵਾਂਗੇ, ਉਦੋਂ ਤੱਕ ਆਪਾਂ ਉਹਨਾਂ ਦਾ ਕੋਈ ਪੋਲੀਟੀਕਲ ਆਲਟਰਨੇਟ ਲੱਭ ਨਹੀਂ ਪਾਵਾਂਗੇ। 26 ਜਨਵਰੀ ਤੋਂ ਬਾਅਦ ਜਿੱਥੇ ਦੀਪ ਸਿੱਧੂ ਤੇ ਲੱਖੇ ਸਥਾਣੇ ਦੇ ਗਦਾਰ ਦੇ ਜਿਹੜੇ ਨਾਅਰੇ ਲਗਾਏ ਗਏ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਵੀ ਜਿਹੜਾ ਉਹ SFS ਨੂੰ ਲੈ ਕੇ ਜਿਹੜਾ ਵਿਵਾਦ ਛਿੜਿਆ, ਹੁਣ ਕੀ ਲੱਗਦਾ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਨੇੜੇ ਹੁੰਦੀਆਂ ਨਜ਼ਰ ਆ ਰਹੀਆਂ? ਦੀਪ ਸਿੱਧੂ ਤੇ ਲੱਖੇ ਸਥਾਣੇ ਨੂੰ ਵੀ ਪੰਜਾਬ ਦਾ ਪੁੱਤ ਕਹਿ ਰਹੀਆਂ, ਇਹ ਜਿਹੜੀਆਂ ਉਹਨਾਂ ਲੋਕਾਂ ਨੂੰ ਵੀ ਬੋਲਣ ਦਿੱਤਾ ਜਾ ਰਿਹਾ ਜਿਨ੍ਹਾਂ ਨੂੰ ਪਹਿਲਾਂ ਮਨਾਹੀ ਸੀ। ਕੀ ਲੱਗਦਾ ਵਿੱਤ ਘਟਾਉਣ ਦੀਆਂ ਕੋਸ਼ਿਸ਼ਾਂ ਨੇ ਤਾਂ ਕਿ ਸੰਘਰਸ਼ ਨੂੰ ਅੱਗੇ ਹੋਰ ਤੇਜ਼ ਕੀਤਾ ਜਾ ਸਕੇ? ਬਿਲਕੁਲ ਮੈਨੂੰ ਲੱਗਦਾ ਹੈ ਕਿ ਕਾਫੀ ਐਫਰਟਸ ਲੱਗੇ ਨੇ। ਇੱਕ ਨਾਮ ਲੈਣਾ ਹੋਵੇ ਤਾਂ ਉਹਦੇ ਵਿੱਚ ਨਵਰੀਤ ਦੇ ਦਾਦਾ ਜੀ ਦੇ ਬਹੁਤ ਐਫਰਟਸ ਨੇ ਇਹਦੇ ਅੰਦਰੋਂ ਕਿ ਲੀਡਰਸ਼ਿਪ ਤੇ ਨੌਜਵਾਨ ਜਾਂ ਫਿਰ ਜਿਹੜੇ 26 ਤਰੀਕ ਨੂੰ ਲੋਕ ਗਏ ਸੀ ਉਹਨਾਂ ਦੇ ਵਿਚਾਲੀ ਜਿਹੜੀ ਇੱਕ ਵਿੱਥ ਸੀਗੀ ਉਸ ਨੂੰ ਭਰਿਆ ਜਾਵੇ ਤੇ ਉਹਦੇ ਅੰਦਰੋਂ ਹੀ ਬਹੁਤ ਸਾਰੇ ਲੀਡਰਸ਼ਿਪ ਦੇ ਬਿਆਨ ਵੀ ਅੱਜ ਸੁਣੀਏ ਤਾਂ ਉਹ ਬਦਲੇ ਲੱਗਦੇ ਨੇ। ਉਹੀ ਲੀਡਰਸ਼ਿਪ ਜਿਹੜੀ ਪਹਿਲਾਂ 26 ਗਿਆਂ ਨੂੰ ਬਿਲਕੁਲ ਹੀ ਡਿਸਓਨ ਕਰ ਰਹੀ ਸੀ ਉਹ ਹੁਣ ਆਪਟ ਕਰ ਰਹੀ ਹੈ ਤੇ ਇਹ ਚੰਗੀ ਗੱਲ ਵੀ ਹੈ। ਮਤਲਬ ਜਿਹੜਾ ਕੰਮਕਾਰ ਕਰਦਾ ਹੈ ਉਹਦੇ ਤੋਂ ਗਲਤੀਆਂ ਹੋਣੀਆਂ ਮਤਲਬ ਬਹੁਤ ਹੀ ਆਮ ਗੱਲ ਹੈ। ਜਿਹੜਾ ਹੀ ਕੰਮ ਕਰੂਗਾ ਉਸੇ ਤੋਂ ਗਲਤੀਆਂ ਹੋਣਗੀਆਂ, ਕੋਈ ਵੀ ਪਰਫੈਕਟ ਨਹੀਂ ਹੈਗਾ, ਹੈ ਨਾ। ਤੇ ਉਹਦੇ ਚੋਂ ਇਹ ਜਿਹੜਾ ਇੱਕ ਆਪਣੇ ਨੌਜਵਾਨਾਂ ਨੂੰ ਅਪਣਾਉਣਾ ਤੇ ਉਹਨਾਂ ਦੇ ਨਾਲ ਲੜਾਈ ਦੇ ਅੰਦਰੋਂ ਖੜਨਾ ਇਹ ਬਹੁਤ ਹੀ ਠੀਕ ਫੈਸਲਾ ਹੈ ਤੇ ਇਹ ਲੀਡਰਸ਼ਿਪ ਦੇ ਅੰਦਰੋਂ ਵੀ ਝਲਕ ਰਿਹਾ ਹੈ। ਹੁਣ ਉਹਨਾਂ ਦੇ ਇੰਟਰਵਿਊਜ਼ ਦੇ ਅੰਦਰੋਂ, ਉਹਨਾਂ ਦੀ ਬਾਈਟਸ ਦੇ ਅੰਦਰੋਂ, ਪ੍ਰੋਗਰਾਮਾਂ ਦੇ ਅੰਦਰੋਂ ਵੀ ਜਿਹੜਾ ਉਹ ਬੋਲ ਰਹੇ ਨੇ ਉਹਦੇ 'ਚ ਉਹ ਬਦਲਾਅ ਦੇਖਣ ਨੂੰ ਮਿਲ ਰਿਹਾ ਆ। ਤੇ ਮੈਨੂੰ ਲੱਗਦਾ ਇਹੀ ਸਹੀ ਟਾਈਮ ਆ ਵੀ ਆਪਾਂ ਸੰਘਰਸ਼ ਨੂੰ ਜਿਹੜਾ ਹੈਗਾ ਆ ਉਸ ਦੀ ਸਮਝ ਨੂੰ ਆਪਣੇ ਲੋਕਾਂ ਦੇ ਪ੍ਰਤੀ ਜਿਹੜੀ ਪੁੱਗ ਸਕੇ ਉਸ ਪ੍ਰਤੀ ਲੈ ਕੇ ਜਾਈਏ, ਨਾ ਕਿ ਕੁਝ ਇੰਡੀਵਿਜੂਅਲਸ ਦੇ ਨਾਮ ਬਚੀ ਮਤਲਬ ਇੰਡੀਵਿਜੂਅਲਸ ਕਰਕੇ ਆਪਾਂ ਆਪਣੇ ਸਟੈਂਡ ਬਣਾਈਏ, ਪ੍ਰਿੰਸੀਪਲੀ ਚੀਜ਼ਾਂ ਨੂੰ ਲੈ ਕੇ ਆਪਾਂ ਚੱਲੀਏ। ਸੋ ਆਪਾਂ ਦੇਖ ਸਕਦੇ ਹਾਂ ਕਿ ਇਹ ਕਿਹਾ ਜਾ ਰਿਹਾ ਕਿ ਕਿਸਾਨੀ ਸੰਘਰਸ਼ ਨੂੰ ਬਹੁਤ ਸਮਾਂ ਹੋ ਗਿਆ, ਬਹੁਤ ਸਾਰੇ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਪਰ ਹੁਣ ਇਹ ਜਿਹਾ ਸਮਾਂ ਕਿ ਗਰਮ ਲੋਹਾ ਤੇ ਸੱਟ ਮਾਰਨ ਦੀ ਦੇਰ ਹੈ। ਮਤਲਬ ਕਹਿੰਦਾ ਸਮਾਂ ਇੱਕ ਲੰਬਾ ਸੰਘਰਸ਼ ਹੋ ਚੁੱਕਿਆ ਹੈ, ਤਿੱਖੇ ਸੰਘਰਸ਼ ਦੀ ਜ਼ਰੂਰਤ ਆ। ਕੋਈ ਅਜਿਹੀ ਕਾਲ ਕਿਸਾਨੀ ਮੋਰਚੇ ਦੁਆਰਾ ਦਿੱਤੇ ਜਾਣ ਦੀ ਆਸ ਵੀ ਲਗਾਈ ਜਾ ਰਹੀ ਤੇ ਮੰਗ ਵੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਕਿਸਾਨੀ ਮੋਰਚੇ ਨੂੰ ਅੱਗੇ ਵਧਾਇਆ ਜਾ ਸਕੇ, ਕੇਂਦਰ ਸਰਕਾਰ ਦੇ ਉੱਪਰ ਹੋਰ ਦਬਾਅ ਪਾਇਆ ਜਾ ਸਕੇ। ਇਸ ਤਰ੍ਹਾਂ ਤੁਹਾਡੇ ਨਾਲ ਹੋਰ ਕਹਾਣੀਆਂ ਸਾਂਝੀਆਂ ਕਰਦੇ ਰਹਾਂਗੇ। ਕੈਮਰਾਮੈਨ ਸੁਨੀਲ ਦੇ ਨਾਲ ਰਾਜਦੀਪ ਕੌਰ ਚੱਪੜ ਚੜੀ।